ਪਿਆਰੇ ਬੱਚਿਓ, 9ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਵਿੱਚ ਅੱਜ ਆਪਾਂ ਪਾਠ ਭੂਗੋਲ ਦਾ ਆ ਭਾਰਤ ਜਲ ਪ੍ਰਵਾਹ। ਮਿਤੀ 1 ਅਕਤੂਬਰ 2020। ਭੂਗੋਲ ਜਮਾਤ 9ਵੀਂ, ਪਾਠ ਤੀਸਰੇ ਦਾ ਐੜਾ, ਭਾਰਤ ਜਲ ਪ੍ਰਵਾਹ। 3 ਨਦੀਆਂ ਬਾਰੇ ਪੜ੍ਹਾਂਗੇ, ਗੋਦਾਵਰੀ, ਕ੍ਰਿਸ਼ਨਾ ਅਤੇ ਕਾਵੇਰੀ। ਸਭ ਤੋਂ ਪਹਿਲਾਂ ਗੋਦਾਵਰੀ ਨਦੀ ਆ। ਗੰਗਾ ਤੋਂ ਬਾਅਦ ਭਾਰਤ ਦੀ ਦੂਸਰੀ ਸਭ ਤੋਂ ਲੰਬੀ ਨਦੀ ਹੈ। ਇਸ ਨੂੰ ਬਿਰਧ ਗੰਗਾ ਜਾਂ ਦੱਖਣੀ ਗੰਗਾ ਵੀ ਕਿਹਾ ਜਾਂਦਾ ਹੈ। ਇਸ ਦੀ ਕੁੱਲ ਲੰਬਾਈ 1465 ਕਿਲੋਮੀਟਰ ਹੈ। ਪੇਨ ਗੰਗਾ, ਵੇਨ ਗੰਗਾ, ਵਾਰਦਾ, ਇੰਦਰਾਵਤੀ, ਸਾਬਰੀ, ਮੰਜਰਾ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਕ੍ਰਿਸ਼ਨਾ ਪ੍ਰਾਇਦੀਪੀ ਨਦੀਆਂ ਵਿੱਚੋਂ ਦੂਸਰੀ ਸਭ ਤੋਂ ਲੰਬੀ ਨਦੀ ਹੈ। ਇਹ ਪੱਛਮੀ ਘਾਟ ਵਿੱਚ ਮਹਾਬਲੇਸ਼ਵਰ ਤੋਂ ਉਪਜਦੀ ਹੈ। ਇਸ ਦੀ ਕੁੱਲ ਲੰਬਾਈ 1400 ਕਿਲੋਮੀਟਰ ਹੈ। ਕੋਇਨਾ, ਘਾਟ ਪ੍ਰਭਾ, ਭੀਮਾ, ਤੁੰਗਭਦਰਾ, ਮਾਲਾ ਪ੍ਰਭਾ, ਮੋਨੇਰੂ, ਪੰਚਗੰਗਾ ਆਦਿ ਇਸ ਦੀਆਂ ਸਹਾਇਕ ਨਦੀਆਂ ਹਨ। ਤਾਂ ਬੱਚੋ, ਸਹਾਇਕ ਨਦੀਆਂ ਕਿਹੜੀਆਂ ਹੁੰਦੀਆਂ? ਤੁਸੀਂ ਦੇਖੋ, ਜੇ ਆਪਾਂ ਇੱਕ ਉਦਾਹਰਨ ਲਈਏ ਨਾ, ਜਿਵੇਂ ਆਪਣੇ ਪਿੰਡ ਆ, ਅਤੇ ਪਿੰਡ ਦੇ ਵਿੱਚ ਇੱਕ ਵੱਡਾ ਨਾਲਾ ਹੁੰਦਾ ਅਤੇ ਛੋਟੀ ਛੋਟੀਆਂ ਨਾਲੀਆਂ ਦੇ ਵਿੱਚੋਂ ਸਾਰਾ ਪਾਣੀ ਇਕੱਠਾ ਹੋ ਕੇ ਉਹਦੇ ਵਿੱਚ ਆਉਂਦਾ, ਅਤੇ ਉਹ ਨਾਲਾ ਅੱਗੇ ਜਾ ਕੇ ਛੱਪੜ ਵਿੱਚ ਜਾਂ ਸੀਵਰੇਜ ਦੇ ਵਿੱਚ ਜਾ ਕੇ ਪੈਂਦਾ ਆ। ਤਾਂ ਜਿਹੜੀ ਮੇਨ ਨਾਲੀ ਹੈਗੀ ਆ, ਜਿਹਦੇ ਵਿੱਚ ਬਾਕੀ ਨਾਲੀਆਂ ਦਾ ਪਾਣੀ ਪੈਂਦਾ ਆ ਨਾ, ਆਪਾਂ ਉਹਨੂੰ ਉਦਾਹਰਨ ਨਦੀਆਂ ਨੂੰ ਇਸ ਤਰ੍ਹਾਂ ਲੈ ਸਕਦੇ ਹਾਂ ਵੀ ਜਿਹੜੀ ਮੇਨ ਨਦੀ ਆ ਉਹ ਕ੍ਰਿਸ਼ਨਾ ਆ ਜਾਂ ਗੋਦਾਵਰੀ ਆ, ਅਤੇ ਜਿਹੜੀਆਂ ਛੋਟੀ ਛੋਟੀਆਂ ਨਦੀਆਂ ਉਹ ਬਾਅਦ ਵਿੱਚ ਉਹਦੇ ਬਾਹਰੋਂ ਚੱਲ ਕੇ ਆ ਕੇ ਉਹਦੇ ਵਿੱਚ ਸਮਾ ਜਾਂਦੀਆਂ ਅਤੇ ਸਮਾਪਤ ਹੋ ਜਾਂਦੀਆਂ। ਉਹਨਾਂ ਨੂੰ ਸਾਰੀਆਂ ਨੂੰ ਸਹਾਇਕ ਨਦੀਆਂ ਕਹਿੰਦੇ ਆ। ਅਗਲੀ ਨਦੀ ਹੈ ਕਾਵੇਰੀ। ਕਾਵੇਰੀ ਨਦੀ ਕਰਨਾਟਕ ਦੇ ਕੋਡਗ ਜ਼ਿਲ੍ਹੇ ਵਿੱਚ ਪੱਛਮੀ ਘਾਟ ਵਿੱਚ ਤਾਲਕਾਵੇਰੀ ਤੋਂ ਜਨਮ ਲੈਂਦੀ ਹੈ। ਇਸ ਦੀ ਲੰਬਾਈ 800 ਕਿਲੋਮੀਟਰ ਹੈ। ਹੀਰਾਨੇਗੀ, ਹੇਮਾਵਤੀ, ਅਰਕਾਵਤੀ, ਕਾਬਾਨੀ ਅਤੇ ਅਮਰਾਵਤੀ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ। ਇਹ ਸੀ 3 ਨਦੀਆਂ। ਤਾਂ ਆਪਾਂ ਭਾਰਤ ਦੇ ਨਕਸ਼ੇ ਦੇ ਵਿੱਚ ਦੇਖਾਂਗੇ। ਦੇਖੋ, ਗੋਦਾਵਰੀ ਕਿੱਥੋਂ ਚੱਲਦੀ ਹੈ, ਕਿੱਧਰ ਨੂੰ ਜਾਂਦੀ ਆ, ਫਿਰ ਕ੍ਰਿਸ਼ਨਾ ਆ, ਫਿਰ ਕਾਵੇਰੀ ਆ। ਇਹ ਤਿੰਨੇ ਨਦੀਆਂ ਸਾਨੂੰ ਕਲੀਅਰ ਦਿਖ ਰਹੀਆਂ ਹੈਗੀਆਂ। ਕੱਲ੍ਹ ਨੂੰ ਸਾਨੂੰ ਜੇ ਨਕਸ਼ੇ ਦੇ ਵਿੱਚ ਭਰਨੀਆਂ ਵੀ ਆਉਣ ਤਾਂ ਸਾਨੂੰ ਪਤਾ ਵੀ ਲੱਗ ਸਕਦਾ ਆ ਵੀ ਭਾਰਤ ਦੇ ਨਕਸ਼ੇ ਦੇ ਅੱਧ ਤੋਂ ਹੇਠਾਂ ਇਹ ਤਿੰਨੇ ਨਦੀਆਂ ਆ। ਸਭ ਤੋਂ ਪਹਿਲਾਂ ਗੋਦਾਵਰੀ ਆਉਂਦੀ ਆ, ਫਿਰ ਕ੍ਰਿਸ਼ਨਾ ਆਉਂਦੀ ਆ, ਫਿਰ ਕਾਵੇਰੀ ਆਉਂਦੀ ਆ। ਠੀਕ ਹੈ, ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਦਿਮਾਗ 'ਚ ਬਿਠਾ ਲਓ। ਪਹਿਲਾਂ ਗੋਦਾਵਰੀ, ਫਿਰ ਕ੍ਰਿਸ਼ਨਾ, ਫਿਰ ਕਾਵੇਰੀ। ਇਹ ਭਾਰਤ ਦਾ ਰਿਵਰ ਮੈਪ ਆ, ਨਦੀਆਂ ਦਾ ਨਕਸ਼ਾ ਆ। ਕਿੰਨੀਆਂ ਨਦੀਆਂ, ਸਾਰੀਆਂ ਜਿਹੜੀਆਂ ਸਹਾਇਕ ਨਦੀਆਂ ਅਤੇ ਮੇਨ ਨਦੀਆਂ ਉਹ ਸਾਰੀਆਂ ਇਹਦੇ ਵਿੱਚ ਬਣੀਆਂ ਹੋਈਆਂ। ਅਤੇ ਜੇਕਰ ਤੁਸੀਂ ਇਹਨੂੰ ਦੇਖਣਾ ਚਾਹੋ ਤਾਂ ਜ਼ੂਮ ਕਰਕੇ ਦੇਖ ਸਕਦੇ ਹੋ। ਅੱਗੇ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਹਨ। ਗੰਗਾ ਤੋਂ ਬਾਅਦ ਭਾਰਤ ਦੀ ਦੂਸਰੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਤਾਂ ਕਿਹੜੀ ਹੈ ਬੱਚਿਓ? ਗੋਦਾਵਰੀ। ਕ੍ਰਿਸ਼ਨਾ ਨਦੀ ਦੀ ਕੁੱਲ ਲੰਬਾਈ ਕਿੰਨੀ ਹੈ? 1400 ਕਿਲੋਮੀਟਰ। ਸੋ ਆਹ ਆਨਸਰ ਹੈ ਸਾਡੇ, ਗੋਦਾਵਰੀ ਅਤੇ 1400 ਕਿਲੋਮੀਟਰ। ਰਜਿੰਦਰ ਪੱਛਮੀ ਬੰਗਾਲ ਤੋਂ ਤਮਿਲਨਾਡੂ ਜਾਣਾ ਚਾਹੁੰਦਾ ਹੈ। ਮਹਾਨਦੀ ਤੋਂ ਬਾਅਦ ਉਸਦੇ ਰਸਤੇ ਵਿੱਚ ਸਭ ਤੋਂ ਪਹਿਲੀ ਨਦੀ ਕਿਹੜੀ ਆਵੇਗੀ? ਬੱਚਿਓ, ਆਪਾਂ ਨਕਸ਼ਾ ਕੀਤਾ ਸੀਗਾ ਜਿਹੜਾ, ਇੱਕ ਵਾਰੀ ਫਿਰ ਤੁਹਾਨੂੰ ਮੈਂ ਉਹੀ ਨਕਸ਼ਾ ਦੁਬਾਰਾ ਦਿਖਾਉਣਾ। ਦੇਖੋ ਜਰਾ, ਰਜਿੰਦਰ ਪੱਛਮੀ ਬੰਗਾਲ ਤੋਂ ਤਮਿਲਨਾਡੂ ਜਾ ਰਿਹਾ ਆ। ਤਾਂ ਮਹਾਨਦੀ ਤੋਂ ਬਾਅਦ ਕਿਹੜੀ ਨਦੀ ਆਊਗੀ? ਦੇਖੋ, ਮਹਾਨਦੀ ਲਿਖਿਆ ਹੋਇਆ ਉੱਪਰ। ਉਸ ਤੋਂ ਬਾਅਦ ਕਿਹੜੀ ਨਦੀ ਆ ਰਹੀ ਹੈ? ਗੋਦਾਵਰੀ। ਉਹ ਹੇਠਾਂ ਨੂੰ ਜਾਣਾ, ਤਮਿਲਨਾਡੂ ਹੇਠਾਂ ਆ। ਪੱਛਮੀ ਬੰਗਾਲ ਜਿਹੜਾ ਆ, ਜਿੱਥੇ ਮਹਾਨਦੀ ਲਿਖੀ ਉਸ ਤੋਂ ਉੱਪਰਲੇ ਪਾਸੇ ਸੱਜੇ ਪਾਸੇ ਪੱਛਮੀ ਬੰਗਾਲ ਹੈ, ਅਤੇ ਤਮਿਲਨਾਡੂ ਬਿਲਕੁਲ ਕਾਵੇਰੀ ਦੇ ਕੋਲ ਥੱਲੇ ਆ ਜਾਂਦਾ ਹੈ। ਸੋ ਆਪਾਂ ਨੂੰ ਨਕਸ਼ੇ ਤੋਂ ਹੀ ਪਤਾ ਲੱਗ ਜਾਂਦਾ ਵੀ ਮਹਾਨਦੀ ਤੋਂ ਬਾਅਦ ਅਗਲੀ ਨਦੀ ਆਏਗੀ ਸਾਡੀ, ਕਿਹੜੀ ਆਏਗੀ? ਗੋਦਾਵਰੀ। ਫਿਰ ਕਾਵੇਰੀ ਨਦੀ ਦੀਆਂ ਸਹਾਇਕ ਨਦੀਆਂ ਕਿਹੜੀਆਂ ਹਨ? ਹੀਰਾਨੇਗੀ ਅਤੇ ਹੇਮਾਵਤੀ। ਸੋ ਆਹ ਆਨਸਰ ਹੈ ਸਾਡੇ, ਗੋਦਾਵਰੀ, ਹੀਰਾਨੇਗੀ ਅਤੇ ਹੇਮਾਵਤੀ।
ਪਿਆਰੇ ਵਿਦਿਆਰਥੀਓ, ਹੇਠ ਲਿਖੇ ਪ੍ਰਸ਼ਨਾਂ ਦਾ ਸੰਬੰਧਿਤ ਪਾਠਾਂ ਦਾ ਅਧਿਐਨ ਅਸੀਂ ਕਰ ਚੁੱਕੇ ਹਾਂ। ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ 50 ਤੋਂ 60 ਸ਼ਬਦਾਂ ਵਿੱਚ ਲਿਖਣੇ ਆ। ਇਹ 4 ਪ੍ਰਸ਼ਨ ਹੈਗੇ ਆ। ਇਹ ਪਾਠ ਆਪਾਂ ਪੜ੍ਹ ਚੁੱਕੇ ਹਾਂ। ਇਹਨਾਂ ਦੇ ਪ੍ਰਸ਼ਨ ਦੇਖੋ। ਬਿਰਧ ਗੰਗਾ ਕੀ ਹੈ? ਗੋਦਾਵਰੀ ਨਦੀ ਦੱਖਣੀ ਭਾਰਤ ਦੀ ਸਭ ਤੋਂ ਵੱਡੀ ਨਦੀ ਹੈ। ਗੰਗਾ ਦੀ ਤਰ੍ਹਾਂ ਗੋਦਾਵਰੀ ਦੇ ਰਸਤੇ ਵਿੱਚ ਕਈ ਸਹਾਇਕ ਨਦੀਆਂ ਤੋਂ ਪਾਣੀ ਪ੍ਰਾਪਤ ਕਰਦੀ ਹੈ। ਪੂਰਬੀ ਘਾਟ ਨੂੰ ਪਾਰ ਕਰਦੇ ਹੋਏ ਇੱਕ ਡੂੰਘੀ ਘਾਟੀ ਤੋਂ ਹੋ ਕੇ ਲੰਘਦੀ ਹੈ। ਇਸ ਨਾਲ ਲਗਭਗ 190,000 ਵਰਗ ਕਿਲੋਮੀਟਰ ਜ਼ਮੀਨ ਨੂੰ ਪਾਣੀ ਪ੍ਰਾਪਤ ਹੁੰਦਾ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਗੰਗਾ ਤੋਂ ਵੀ ਪ੍ਰਾਚੀਨ ਹੈ। ਗੰਗਾ ਤੋਂ ਵੀ ਪੁਰਾਣੀ ਨਦੀ ਹੋਣ ਕਰਕੇ ਇਸ ਨੂੰ ਬਿਰਧ ਦਾ ਮਤਲਬ ਹੁੰਦਾ ਬੁੱਢਾ ਜਾਂ ਬਜ਼ੁਰਗ। ਤਾਂ ਇਸੇ ਕਰਕੇ ਇਹਨੂੰ ਕਿਹਾ ਜਾਂਦਾ ਹੈ ਵੀ ਜਿਹੜੀ ਗੋਦਾਵਰੀ ਨਦੀ ਹੈ, ਕਿਉਂਕਿ ਇਹ ਗੰਗਾ ਤੋਂ ਪੁਰਾਣੀ ਹੈ, ਇਸ ਕਰਕੇ ਇਹਨੂੰ ਬਿਰਧ ਗੰਗਾ ਕਿਹਾ ਜਾਂਦਾ ਹੈ। ਸ਼ਾਰਟ ਦੇ ਵਿੱਚ ਆਨਸਰ ਇਹ ਹੈ। ਦੂਸਰਾ ਪ੍ਰਸ਼ਨ ਹੈ, ਸਾਪੇਖ ਅਤੇ ਨਿਰਪੇਖ ਗਰੀਬੀ ਵਿੱਚ ਅੰਤਰ ਸਪਸ਼ਟ ਕਰੋ। ਉੱਤਰ, ਸਾਪੇਖ ਗਰੀਬੀ ਤੋਂ ਭਾਵ ਵੱਖ-ਵੱਖ ਦੇਸ਼ਾਂ ਦੇ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਦੇ ਆਧਾਰ 'ਤੇ ਗਰੀਬ ਤੋਂ ਹੈ। ਜਿਹੜੇ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਹੋਰ ਦੇਸ਼ਾਂ ਦੇ ਪ੍ਰਤੀ ਵਿਅਕਤੀ ਆਮਦਨ ਦੀ ਤੁਲਨਾ ਨਾਲੋਂ ਕਾਫੀ ਘੱਟ ਹੈ, ਉਹ ਦੇਸ਼ ਸਾਪੇਖ ਰੂਪ ਵਿੱਚ ਗਰੀਬ ਹਨ। ਨਿਰਪੇਖ ਗਰੀਬੀ ਤੋਂ ਭਾਵ ਕਿਸੇ ਦੇਸ਼ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੀਬੀ ਦੇ ਮਾਪ ਤੋਂ ਹੈ। ਅਰਥ ਸ਼ਾਸਤਰੀਆਂ ਨੇ ਇਸ ਸੰਬੰਧ ਵਿੱਚ ਗਰੀਬੀ ਦੀਆਂ ਕਈ ਪਰਿਭਾਸ਼ਾਵਾਂ ਦਿੱਤੀਆਂ ਹਨ, ਪਰ ਜ਼ਿਆਦਾਤਰ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਉਪਭੋਗ ਕੀਤੀ ਜਾਣ ਵਾਲੀ ਕੈਲੋਰੀ ਅਤੇ ਪ੍ਰਤੀ ਵਿਅਕਤੀ ਨਿਊਨਤਮ ਉਪਭੋਗ ਖਰਚ ਪੱਧਰ ਦੁਆਰਾ ਗਰੀਬੀ ਨੂੰ ਮਾਪਣ ਦਾ ਯਤਨ ਕੀਤਾ ਗਿਆ ਹੈ। ਹੁਣ ਦੇਖੋ, ਗਰੀਬੀ ਨੂੰ ਮਾਪਣ ਦੇ ਲਈ ਵੀ ਕੌਣ ਗਰੀਬ ਹੈ ਕਿਸੇ ਦੇਸ਼ ਦੇ ਵਿੱਚ, ਤੇ 2 ਢੰਗ ਹੈ। ਇੱਕ ਸਾਪੇਖ ਗਰੀਬੀ, ਇੱਕ ਨਿਰਪੇਖ ਹੈ। ਸਾਪੇਖ ਗਰੀਬੀ ਉਹ ਆ ਜਦੋਂ ਅਸੀਂ ਆਮਦਨ ਦੇ ਹਿਸਾਬ ਨਾਲ ਅੰਦਾਜ਼ਾ ਲਾਉਂਦੇ ਹਾਂ ਵੀ ਕਿਹੜਾ ਵਿਅਕਤੀ ਦੇਸ਼ ਦੇ ਵਿੱਚ ਗਰੀਬ ਹੈ। ਮੰਨ ਲਓ ਸਰਕਾਰ ਨੇ ਜੇ ਤੈਅ ਕੀਤਾ ਆ ਵੀ ਜਿਹੜਾ ਬੰਦਾ 1 ਮਹੀਨੇ ਦੇ ਵਿੱਚ 500, 700 ਜਾਂ 1000 ਕੋਈ ਇੱਕ ਇਨਕਮ ਫਿਕਸ ਕੀਤੀ ਹੈ ਵੀ ਇਸ ਤੋਂ ਜੇ 1000 ਰੁਪਏ ਤੋਂ ਘੱਟ ਕਮਾਉਂਦਾ ਤਾਂ ਉਹਨੂੰ ਗਰੀਬ ਮੰਨਿਆ ਗਿਆ। ਤਾਂ ਜਿਹੜੇ ਲੋਕ ਵੀ 1000 ਤੋਂ ਘੱਟ ਪੈਸਾ ਕਮਾਉਣਗੇ ਉਹ ਸਾਰੇ ਗਰੀਬ ਹੋਣਗੇ। ਇਸ ਤਰ੍ਹਾਂ ਦੀ ਗਰੀਬੀ ਨੂੰ ਮਾਪਣ ਦੇ ਢੰਗ ਨੂੰ ਸਾਪੇਖ ਗਰੀਬੀ ਕਹਿੰਦੇ ਆ। ਨਿਰਪੇਖ ਗਰੀਬੀ ਜਿਹੜੀ, ਉਹਦਾ ਮਤਲਬ ਹੈਗਾ ਪੈਸੇ ਨਾਲ ਨਹੀਂ ਉਹਨਾਂ ਨੂੰ ਅਸੀਂ ਮਾਪਣਾ, ਅਸੀਂ ਉਹਨਾਂ ਦੀ ਆਰਥਿਕ ਅਵਸਥਾ ਨੂੰ ਮਾਪਣਾ। ਜਿਵੇਂ ਉਹ ਕਿੰਨਾ ਭੋਜਨ ਖਾਂਦੇ ਆ, ਉਹ ਕੈਲੋਰੀ ਦੇ ਹਿਸਾਬ ਨਾਲ, ਠੀਕ ਹੈ। ਜਾਂ ਮਤਲਬ ਕਿ ਜੋ ਸਮਾਨ ਜੋ ਖਾਣ ਦੇ ਵਾਸਤੇ ਇੱਕ ਵਿਅਕਤੀ ਨੂੰ, ਤੰਦਰੁਸਤ ਵਿਅਕਤੀ ਨੂੰ ਚਾਹੀਦਾ, ਜੇਕਰ ਇੱਕ ਵਿਅਕਤੀ ਨੂੰ ਖਾਣ ਲਈ ਉਹਨਾਂ ਮਿਲਦਾ ਆ ਤਾਂ ਉਹ ਗਰੀਬ ਨਹੀਂ ਹੈਗਾ। ਜੇ ਨਹੀਂ ਮਿਲਦਾ ਤਾਂ ਉਹ ਗਰੀਬ ਹੈ। ਉਸ ਨੂੰ ਅਸੀਂ ਨਿਰਪੇਖ ਗਰੀਬੀ ਕਹਿੰਦੇ ਹਾਂ। ਇਹ ਦੋਵਾਂ ਦੇ ਵਿੱਚ ਅੰਤਰ ਆ। ਬੋਲਸ਼ਵਿਕ ਅਤੇ ਮੇਨਸ਼ਵਿਕ 'ਤੇ ਨੋਟ ਲਿਖੋ। ਬੋਲਸ਼ਵਿਕ ਅਤੇ ਮੇਨਸ਼ਵਿਕ ਰੂਸ ਦੇ 2 ਰਾਜਨੀਤਿਕ ਦਲ ਹਨ। ਇਹ ਦਲ ਉਦਯੋਗਿਕ ਮਜ਼ਦੂਰਾਂ ਦੇ ਪ੍ਰਤੀਨਿਧੀ ਸਨ। ਇਹਨਾਂ ਦੋਵਾਂ ਵਿਚਾਲੇ ਮੁੱਖ ਅੰਤਰ ਇਹ ਸੀ ਕਿ ਮੇਨਸ਼ਵਿਕ ਸੰਸਦੀ ਪ੍ਰਣਾਲੀ ਦੇ ਪੱਖ ਵਿੱਚ ਸਨ, ਜਦਕਿ ਬੋਲਸ਼ਵਿਕ ਸੰਸਦੀ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਉਹ ਅਜਿਹੀ ਪਾਰਟੀ ਚਾਹੁੰਦੇ ਸਨ ਜੋ ਅਨੁਸ਼ਾਸਨ ਵਿੱਚ ਬੱਝ ਕੇ ਕ੍ਰਾਂਤੀ ਦੇ ਲਈ ਕੰਮ ਕਰੇ। ਦੋਵਾਂ 'ਚ ਫਰਕ ਕੀ ਆ? ਇੱਕ ਪਾਰਟੀ ਜਿਹੜੀ ਆ ਉਹ ਸੰਸਦੀ ਪ੍ਰਣਾਲੀ 'ਤੇ ਵਿਸ਼ਵਾਸ ਰੱਖਦੀ ਸੀ, ਇੱਕ ਸੰਸਦੀ ਪ੍ਰਣਾਲੀ 'ਤੇ ਵਿਸ਼ਵਾਸ ਨਹੀਂ ਰੱਖਦੀ ਸੀ। ਇਹ ਦੋਹਾਂ ਦੇ ਵਿੱਚ ਅੰਤਰ ਆ। ਇਹ ਰੂਸੀ ਕ੍ਰਾਂਤੀ ਦੀ ਗੱਲ ਅਸੀਂ ਕੀਤੀ ਆ। ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ? ਭਾਰਤ ਇੱਕ ਗਣਤੰਤਰ ਦੇਸ਼ ਹੈ। ਗਣਤੰਤਰ ਦਾ ਅਰਥ ਹੁੰਦਾ ਹੈ ਕਿ ਦੇਸ਼ ਦਾ ਮੁਖੀਆ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਜਨਤਾ ਵੱਲੋਂ ਚੁਣਿਆ ਜਾਂਦਾ ਹੈ। ਮੁਖੀਆ ਦਾ ਚੁਣਾਵ ਇੱਕ ਨਿਸ਼ਚਿਤ ਸਮੇਂ ਲਈ ਹੁੰਦਾ ਹੈ ਅਤੇ ਇੱਥੇ ਵੰਸ਼ਵਾਦ ਦੀ ਕੋਈ ਥਾਂ ਨਹੀਂ ਹੁੰਦੀ ਹੈ। ਗਣਤੰਤਰ ਹੋਣਾ ਭਾਰਤੀ ਸੰਵਿਧਾਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਤਾਂ ਬੱਚਿਓ, ਆਪਾਂ ਆਮ ਤੌਰ 'ਤੇ ਗਣਤੰਤਰ ਅਤੇ ਸੁਤੰਤਰ ਦੇ ਵਿੱਚ ਭੁਲੇਖਾ ਖਾ ਜਾਂਦੇ ਹਾਂ। ਸੁਤੰਤਰ ਦਾ ਮਤਲਬ ਹੁੰਦਾ ਆਜ਼ਾਦ ਹੋਣਾ। ਜਿਵੇਂ ਆਪਣਾ ਸੁਤੰਤਰਤਾ ਦਿਵਸ ਜਿਹੜਾ 15 ਅਗਸਤ ਮਨਾਉਂਦੇ, ਇੱਦਾਂ ਹੀ ਗਣਤੰਤਰ ਦਿਵਸ ਜਿਹੜਾ ਉਹ 26 ਜਨਵਰੀ ਮਨਾਉਂਦੇ ਆ, ਜਿੱਦਣ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਹੁਣ ਗਣਤੰਤਰ ਦੇਸ਼ ਕਿਹੜਾ ਆ? ਗਣਤੰਤਰ ਦੇਸ਼ ਉਹ ਆ ਜਿਹਦੇ ਵਿੱਚ ਜਿਹੜਾ ਦੇਸ਼ ਦਾ ਮੁਖੀਆ, ਜਿਵੇਂ ਸਾਡੇ ਦੇਸ਼ ਦਾ ਮੁਖੀਆ ਰਾਸ਼ਟਰਪਤੀ ਆ, ਉਹਨੂੰ ਕੌਣ ਚੁਣਦਾ ਹੈ? ਉਹਨੂੰ ਉੱਥੋਂ ਦੇ ਲੋਕ ਚੁਣਦੇ ਆ। ਪ੍ਰਤੱਖ ਜਾਂ ਅਪ੍ਰਤੱਖ। ਪ੍ਰਤੱਖ ਦਾ ਮਤਲਬ ਹੁੰਦਾ ਜਿਹੜੇ ਆਪ ਵੋਟ ਪਾ ਕੇ ਚੁਣਦੇ ਆ। ਅਪ੍ਰਤੱਖ ਦਾ ਮਤਲਬ ਹੁੰਦਾ ਵੀ ਅਸੀਂ ਜਿਨ੍ਹਾਂ ਲੋਕਾਂ ਨੂੰ ਚੁਣਿਆ ਆ ਉਹ ਨੇਤਾ ਸਾਡੇ ਲਈ ਅੱਗੇ ਦੇਸ਼ ਦੇ ਮੁਖੀਏ ਨੂੰ ਚੁਣਦੇ, ਉਹਨੂੰ ਅਸੀਂ ਅਪ੍ਰਤੱਖ ਵੋਟ ਪ੍ਰਣਾਲੀ ਕਹਿੰਦੇ ਹਾਂ। ਯਾਨੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਲੋਕਾਂ ਵੱਲੋਂ ਜੇਕਰ ਦੇਸ਼ ਦਾ ਮੁਖੀਆ ਚੁਣਿਆ ਜਾਂਦਾ ਹੈ ਤਾਂ ਉਹ ਦੇਸ਼ ਗਣਤੰਤਰ ਦੇਸ਼ ਆ। ਇਹ ਤੁਸੀਂ ਯਾਦ ਰੱਖਿਓ। ਸੋ ਬੱਚਿਓ, ਇਹ ਸੀ ਅੱਜ ਦੀ ਰੋਜ਼ਾਨਾ ਅਸਾਈਨਮੈਂਟ ਨਾਲ ਸੰਬੰਧਿਤ ਪ੍ਰਸ਼ਨ।
ਅਤੇ ਭਾਰਤ ਜਲ ਪ੍ਰਵਾਹ ਭਾਰਤ ਦਾ ਜਿਹੜਾ ਜਲ ਤੰਤਰ ਹੈਗਾ, ਨਦੀਆਂ ਦਰਿਆ ਕਿੱਧਰੋਂ ਕਿੱਧਰ ਨੂੰ ਵਹਿੰਦੇ ਆ, ਕਿਹੜੀਆਂ ਕਿਹੜੀਆਂ ਸਹਾਇਕ ਨਦੀਆਂ ਨੇ, ਇਹਦੇ ਬਾਰੇ ਇਹ ਪਾਠ ਚੱਲ ਰਿਹਾ ਆ। ਆਸ ਹੈ ਕਿ ਤੁਸੀਂ ਉਹਨੂੰ ਧਿਆਨ ਦੇ ਨਾਲ ਪੜ੍ਹੋਗੇ ਅਤੇ ਸਮਝੋਗੇ। ਧੰਨਵਾਦ।